मैं अपने कारपोरेशन के कुछ सूझवान अफसर ਨਾਲ सलाह मशवरा किया, कुछ NGO ਨਾਲ मशवरा ਕਰਨ ਤੋਂ ਬਾਅਦ ਇਹ ਬੀੜਾ ਚੁੱਕਿਆ ਵੀ ਆਪਣੇ ਸ਼ਹਿਰ ਲਈ ਕੁਝ ਕਰੀਏ। ਤੇ ਸਾਡੇ ਇੱਕ ਸੀਗੇ ਇੱਥੇ JC ਮੈਡਮ ਸੀਗੇ ਅਸ਼ਿਕਾ ਜੈਨ, ਉਹਨਾਂ ਨੇ ਹੈਲਪ ਕਰਕੇ ਸਾਡਾ ਇਹ ਪਲਾਂਟ ਚਾਲੂ ਕਰਵਾਇਆ। ਅਸੀਂ ਸਟਾਰਟਿੰਗ ਤੋਂ 50 ਕਿਲੋ ਤੋਂ ਸ਼ੁਰੂ ਕੀਤਾ ਸੀ ਹੋਟਲਾਂ ਤੋਂ। ਅਸੀਂ ਕਲੋਨੀਆਂ ਵੀ ਕਰ ਰਹੇ ਹੈਗੇ ਆ, ਸੁਸਾਇਟੀਜ਼ ਦੇ ਵਿੱਚੋਂ ਵੀ ਉਹਨਾਂ ਨੂੰ ਅਵੇਅਰ ਕਰਕੇ ਸਾਡੇ ਮੋਟੀਵੇਟਰਸ ਜਿਹੜੇ ਹੈਗੇ ਆ ਉਹ ਕੂੜਾ ਇਕੱਠਾ ਕਰਵਾ ਰਹੇ ਹੈਗੇ ਅੰਦਰ ਜਾ ਕੇ। ਸਾਡਾ ਮੇਨ ਮੋਟਿਵ ਇਹ ਹੈ ਵੀ ਜਿਹੜੇ ਸਾਡੇ ਕੂੜੇ ਦੇ ਪਹਾੜ ਬਣ ਰਹੇ ਆ ਡੇ ਬਾਈ ਡੇ, ਅਸੀਂ ਉਹਨਾਂ ਦਾ ਵੋਲੀਅਮ ਰਿਡਿਊਸ ਕਰਨਾ ਹੈਗਾ। ਵੋਲੀਅਮ ਰਿਡਿਊਸ ਕਰਨ ਵਾਸਤੇ ਪਹਿਲਾਂ ਮੈਂ ਇਕੱਲਾ ਸੀਗਾ, ਫਿਰ ਮੈਂ ਦੇਖਿਆ ਵੀ ਇਹਦੇ ਨਾਲ ਸਾਨੂੰ ਇੱਕ ਟੀਮ ਬਣਾਉਣੀ ਪਏਗੀ। ਟੀਮ ਬਣਾਉਣ ਦੇ ਨਾਲ ਮੇਰੇ ਨਾਲ ਇਸ ਟਾਈਮ ਡਾਕਟਰ ਗਰੀਸ਼ ਸਪਰਾ ਜੀ ਹੈਗੇ ਆ, ਤੇ ਗਰੀਸ਼ ਸਪਰਾ ਜੀ ਇਹ PhD ਹੈ ਜੀ ਕਾਰਬਨ ਫੁੱਟਪ੍ਰਿੰਟ ਤੇ ਇਹਨਾਂ ਨੇ ਵੀ ਸਾਡੀ ਕੁਝ ਹੈਲਪ ਕੀਤੀ ਵੀ ਆਪਾਂ ਇਹਨੂੰ ਕਿਸ ਤਰ੍ਹਾਂ ਰਿਡਿਊਸ ਕੀਤਾ ਜਾਵੇ। ਇਹ NIT ਤੋਂ ਸੀਗੇ ਪ੍ਰੋਫੈਸਰ ਜੀ, ਇਹਨਾਂ ਨੇ ਆਪਣੀ ਜੌਬ ਰਿਜ਼ਾਈਨ ਦਿੱਤੀ ਹੈਗੀ ਆ, ਇਹ ਇਸ ਟਾਈਮ ਮੇਰੇ ਨਾਲ ਕੰਮ ਕਰ ਰਹੇ ਹੈਗੇ ਆ। ਅਸੀਂ ਸਾਡਾ ਮੇਨ ਮੋਟਿਵ ਇਹ ਵੀ ਸ਼ਹਿਰ ਦੇ ਵਿੱਚੋਂ ਜਿਹੜਾ ਵੀ ਸੈਗਰੀਗੇਟ ਕਰਕੇ ਕੂੜਾ ਆ ਰਿਹਾ ਹੈਗਾ ਉਹਦਾ ਵੋਲੀਅਮ ਰਿਡਿਊਸ ਕੀਤਾ ਜਾਵੇ ਤੇ ਆਪਣੇ ਸ਼ਹਿਰ ਵਾਸੀਆਂ ਨੂੰ ਇੱਕ ਸਾਫ਼ ਸਵੱਛ ਹਵਾ ਦਾ ਜਿਹੜਾ ਹੈਗਾ ਮਾਹੌਲ ਦਿੱਤਾ ਜਾਵੇ। ਪਾਰਕਾਂ ਦੇ ਵਿੱਚੋਂ ਜਿੰਨਾ ਹਾਰਟੀਕਲਚਰ ਵੇਸਟ ਹੈਗੀ ਆ ਸਾਡੇ ਮਹਿਕਮੇ ਦੇ ਬੰਦੇ ਇਕੱਠੇ ਕਰਦੇ ਆ, ਉਹਨਾਂ ਨੂੰ ਅੱਗ ਲਗਾਈ ਜਾ ਰਹੇ ਹੈਗੇ ਆ। ਹਾਰਟੀਕਲਚਰ ਵੇਸਟ ਤੋਂ ਜਿਹੜੀ ਖਾਦ ਬਣ ਰਹੀ ਹੈਗੀ ਆ ਉਹ ਵਰਲਡ ਦੀ ਨੰਬਰ 1 ਆਰਗੈਨਿਕ ਮਨਿਓਰ ਆ। ਵੀ ਤੁਸੀਂ ਇੱਕ ਪਾਇਲਟ ਪ੍ਰੋਜੈਕਟ ਲਗਾਓ, ਜੇ ਉਹ ਪ੍ਰੋਜੈਕਟ ਫੇਲ ਹੋ ਜਾਂਦਾ ਆ ਅਸੀਂ ਪ੍ਰੋਜੈਕਟ ਨੂੰ ਬਾਏ ਬੈਕ ਕਰ ਲੈਂਦੇ ਆ। ਅਸੀਂ ਜਿੰਨਾ ਹੀ ਤੁਹਾਡੇ ਖਰਚਾ ਆਊਗਾ 20 ਲੱਖ 25 ਲੱਖ ਰੁਪਈਆ ਅਸੀਂ ਤੁਹਾਨੂੰ ਇੱਕ ਚੈੱਕ ਦਿੰਦੇ ਆ। ਇੱਕ ਪਾਇਲਟ ਪ੍ਰੋਜੈਕਟ ਚਲਾਓ, ਜੇ ਸਾਡੇ ਕੋਲ ਪਾਇਲਟ ਪ੍ਰੋਜੈਕਟ ਫੇਲ ਹੁੰਦਾ ਆ ਸਾਡਾ 25 ਲੱਖ ਦਾ ਚੈੱਕ ਲਗਾ ਕੇ ਸਾਨੂੰ ਮਸ਼ੀਨਰੀ ਵਾਪਸ ਕਰ ਦਿਓ। ਕਿਉਂਕਿ ਡਾਕਟਰ ਸਾਹਿਬ ਤੇ ਮੈਂ ਇਸ ਚੀਜ਼ ਤੇ ਕੌਨਫੀਡੈਂਟ ਹੈਗੇ ਪੂਰੀ ਤਰ੍ਹਾਂ ਵੀ ਅਸੀਂ ਇਹਨੂੰ ਕਿੱਦਾਂ ਸ਼ਹਿਰ ਦੇ ਵਾਸੀਆਂ ਨੂੰ ਇਸ ਚੀਜ਼ ਤੋਂ ਕਿੱਦਾਂ ਨਿਆਦ ਦਿਵਾਉਣੀ ਹੈਗੀ ਆ। ਸਾਨੂੰ ਮੇਨ ਪ੍ਰੋਬਲਮ ਆ ਰਹੀ ਆ ਜਿੱਦਾਂ ਬੱਚਿਆਂ ਦੇ ਡਾਈਪਰਸ ਹੈਗੇ ਆ, ਸੈਨੀਟਰੀ ਪੈਡਸ ਹੈਗੇ ਆ, ਜਾਂ ਕੁਛ ਇੱਦਾਂ ਦੇ ਜਿਹੜੇ ਮਤਲਬ ਅਨਵਾਂਟਡ ਗਾਰਬੇਜ ਹੈਗਾ ਆ ਉਹ ਸਾਡੇ ਕੋਲ ਪ੍ਰੋਸੈਸ ਨਹੀਂ ਹੋ ਰਿਹਾ। ਅਸੀਂ ਕਾਰਪੋਰੇਸ਼ਨ ਨੂੰ ਇੱਕ ਹਦਾਇਤ ਕਰ ਰਹੇ ਆ ਜਾਂ ਇੱਕ ਬੇਨਤੀ ਕਰ ਰਹੇ ਕਾਰਪੋਰੇਸ਼ਨ ਨੂੰ ਵੀ ਸਾਨੂੰ ਇੱਕ ਪਰਮਾਨੈਂਟ ਡੰਪ ਦਿੱਤਾ ਜਾਵੇ, ਜਿਹੜਾ ਸਾਡਾ ਮਿਨੀਮਾਈਜ਼ ਕਚਰਾ ਹੈਗਾ ਆ ਉਹਨੂੰ ਕਾਰਪੋਰੇਸ਼ਨ ਲਿਫਟ ਕਰੇ। ਸਾਡੀ ਲੇਬਰ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ, ਹਰ ਡੰਪਾਂ ਦੇ ਉੱਪਰ ਜਿਹੜੀ ਹੈਗੀ ਫੀਸ ਵੱਜੀ ਹੋਈ ਹੈ ਜੀ। ਆਹ ਦੇਖੋ ਜੀ, ਇਸ ਕ੍ਰੇਟ ਦੇ ਵਿੱਚ ਅਸੀਂ ਜਿਹੜਾ ਕੱਲ ਪਾਇਆ ਸੀ ਕੂੜਾ ਉਹ 30 ਕਿਲੋ ਪਾਇਆ ਸੀਗਾ, ਇਹ ਕੱਲ ਦੇ ਵਿੱਚ 5 ਕਿਲੋ ਕੂੜਾ ਰਿਡਿਊਸ ਹੋ ਚੁੱਕਾ। ਜੇ ਅਸੀਂ ਇਹਨੂੰ ਪਲਟੀ ਮਾਰ ਕੇ ਦਿਖਾਵਾਂਗੇ ਜਿਹੜੇ ਸਾਡੇ ਬਾਇਓ ਕਲਚਰ ਦੇ ਐਂਜ਼ਾਈਮ ਹੈਗੇ ਆ ਉਹ ਸਾਰੇ ਇਹਦੇ ਥੱਲੇ ਪੈ ਚੁੱਕੇ ਹੈਗੇ ਆ। ਜਾਂ ਪਲੇਟਰਾ ਪਲਟੀ ਕਰੋ ਇਹਨੂੰ, ਅਸੀਂ ਵੋਲੀਅਮ ਰਿਡਿਊਸ ਕਰਦੇ ਕੂੜੇ ਦਾ ਜਿੰਨਾ ਹੈਗਾ। ਆਹ ਦੇਖੋ ਇਹ 30 ਦਿਨਾਂ ਦੇ ਬਾਅਦ ਮੈਡਮ ਸਿਰਫ 5 ਕਿਲੋ ਰਹਿ ਜਾਣਾ ਜੀ। ਇਹ ਆਰਗੈਨਿਕ ਖਾਦ ਇਹ ਆ ਰਹਿਣਾ ਜੀ 30 ਦਿਨਾਂ ਦੇ ਬਾਅਦ, ਆਫਟਰ 30 ਡੇਜ਼ ਆ ਰਹਿ ਜਾਂਦਾ ਜੀ। ਅਸੀਂ ਪਹਿਲੇ ਦਿਨ ਇੰਨਾ ਕੂੜਾ ਫਿਲ ਕਰਦੇ 30 ਕਿਲੋ ਦਾ ਕਰੇਟ, ਇਹ 30 ਦਿਨਾਂ ਦੇ ਬਾਅਦ ਇੰਨਾ ਮਟੀਰੀਅਲ ਰਹਿ ਜਾਂਦਾ ਵਿੱਚ। ਕੋਈ ਹੈਵੀ ਮੈਟਲਸ ਨਹੀਂ ਹੈਗੇ, ਕੋਈ ਇਸੇ ਤਰੀਕੇ ਦਾ ਅਸੀਂ ਇਹਦੇ ਅੰਦਰ ਕੋਈ ਪੈਸਟੀਸਾਈਡ ਨਹੀਂ ਪਾ ਰਹੇ, ਕੋਈ ਅਸੀਂ ਇਨਆਰਗੈਨਿਕ ਦਵਾਈ ਨਹੀਂ ਪਾ ਰਹੇ ਹੈਗੇ। ਜੋ ਵੀ ਕਰ ਰਹੇ ਹਾਂ ਬਿਲਕੁਲ ਆਰਗੈਨਿਕ ਤਰੀਕੇ ਨਾਲ ਪ੍ਰੋਸੈਸ ਕਰ ਰਹੇ ਹਾਂ। ਔਰ ਸ਼ਹਿਰ ਦੀਆਂ ਬਹੁਤ ਸਾਰੀਆਂ NGO ਜਿਹੜੀਆਂ ਹੈਗੀਆਂ ਸਾਡੇ ਨਾਲ ਜੁੜੀਆਂ ਹੋਈਆਂ, ਜਿਹੜੀ ਸਾਡੇ ਕੋਲ ਖਾਦ ਲੈ ਕੇ ਜਾ ਰਹੀਆਂ ਹੈਗੀਆਂ। ਹੁਣ ਸਾਡੀ ਕੁਛ ਚਿਰ ਤੋਂ ਬਾਅਦ ਡਾਕਟਰ ਸਾਹਿਬ ਨੇ ਹਿਮਾਚਲ ਗੌਰਮੈਂਟ ਨੇ ਇੱਕ ਟਾਈ ਅਪ ਕੀਤਾ, ਉੱਥੇ ਐਪਲ ਦੀ ਸੀਡਲਿੰਗ ਡਾਇਰੈਕਟ ਸਾਡੀ ਖਾਦ ਵਿੱਚ ਹੋ ਰਹੀ ਆ ਔਰ ਬਹੁਤ ਅੱਛੇ ਰਿਜ਼ਲਟ ਆ ਰਹੇ ਹੈਗੇ ਆ। ਅਸੀਂ ਆਪਣਾ ਹੁਣ ਬ੍ਰਾਂਡ ਰਜਿਸਟਰਡ ਕਰਾਵਾਂਗੇ ਤੇ ਇਹ ਚਾਹੁੰਦੇ ਵੀ ਸਾਨੂੰ ਕਾਰਪੋਰੇਸ਼ਨ ਕੁਝ ਹੈਲਪ ਕਰੇ ਤਾਂ ਅਸੀਂ ਕਾਰਪੋਰੇਸ਼ਨ ਦਾ ਮਿਨੀਮਮ ਤੋਂ ਮਿਨੀਮਮ ਜਿਹੜਾ ਗਿੱਲਾ ਕੂੜਾ ਹੈਗਾ ਅਸੀਂ 100 ਟਨ ਪਰ ਡੇ ਪ੍ਰੋਸੈਸ ਕਰਕੇ ਕਾਰਪੋਰੇਸ਼ਨ ਨੂੰ ਦੇ ਸਕਦੇ ਹੈਗੇ। ਸਾਡੇ ਡਾਕਟਰ ਸਾਹਿਬ ਦੇ ਕੋਲ ਮਸ਼ੀਨਰੀ ਸੈਟਅਪ ਹੈਗਾ, ਇਹਨਾਂ ਕੋਲ ਲੇਆਊਟ ਪਲਾਨ ਤਿਆਰ ਹੈਗਾ, ਸਾਡੇ ਕੋਲ ਗਰਾਊਂਡ ਲੈਵਲ ਤੇ ਵਰਕਿੰਗ ਹੈਗੀ ਆ ਔਰ ਡਾਕਟਰ ਸਾਹਿਬ ਦੇ ਮਗਰ ਟੀਮ ਪੂਰੀ ਬੈਠੀ ਹੈਗੀ NIT ਦੀ, ਉਹ ਹੈਲਪ ਕਰਨ ਨੂੰ ਤਿਆਰ ਆ। ਬਟ ਦੇ ਨੀਡ ਵੀ ਸਾਨੂੰ ਕਾਰਪੋਰੇਸ਼ਨ ਤੋਂ ਕੁਝ ਫੈਸਿਲਿਟੀ ਮਿਲੇ। ਡਾਕਟਰ ਸਾਹਿਬ ਨੇ ਆਪਣੀ R&D ਦੇ ਵਿੱਚ ਜਿਹੜਾ ਆਪਣਾ ਓਡਰਲੈਸ ਕਲਚਰ ਤਿਆਰ ਕੀਤਾ ਆ ਮੈਡਮ, ਉਹ ਓਡਰਲੈਸ ਕਲਚਰ ਜਿੱਥੇ ਜਿੰਨੀ ਮਰਜ਼ੀ ਸਮੈਲ ਹੋਵੇ ਉਹ 1 ਕਿਲੋ ਕਲਚਰ ਜਿਹੜਾ ਹੈਗਾ 20 ਟਨ ਕੂੜੇ ਦੀ ਸਮੈਲ ਖਤਮ ਕਰ ਦਿੰਦਾ। ਹੁਣ ਸਾਡੇ ਜਲੰਧਰ ਬੱਸ ਸਟੈਂਡ ਦੇ ਅੰਦਰ 1.25 ਲੱਖ ਲੋਕਾਂ ਦੀ ਡੇਲੀ ਅਪ ਡਾਊਨ ਹੈਗਾ, ਪਰ ਨੋਬਡੀ ਕਿਸੇ ਨੂੰ ਪਤਾ ਨਹੀਂ ਵੀ ਇੱਥੇ ਕੂੜੇ ਤੋਂ ਖਾਦ ਬਣ ਰਹੀ ਹੈ। ਕੋਈ ਬਰਸਾਤੀ ਮੌਸਮ ਦੇ ਵਿੱਚ ਹਲਕੀ ਫੁਲਕੀ ਸਮੈਲ ਜਨਰੇਟ ਹੁੰਦੀ ਹੈ, ਇਹ ਹਰ ਇੱਕ ਨੂੰ ਪਤਾ ਹੈ, ਪਰ ਫਿਰ ਵੀ ਅਸੀਂ ਮੈਕਸੀਮਮ ਇਹਦੇ ਉੱਪਰ ਜਿਹੜਾ ਹੈਗਾ ਆਪਣਾ ਓਡਰਲੈਸ ਕਲਚਰ ਦਾ ਸਪਰੇਅ ਕਰਦੇ ਹਾਂ। ਇੱਕ ਪਾਸੇ ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਦੇ ਲਈ ਵੱਡੇ ਪ੍ਰੋਜੈਕਟ ਕੀਤੇ ਜਾ ਰਹੇ ਨੇ, ਬਿਲਡਿੰਗਾਂ ਬਣ ਰਹੀਆਂ ਨੇ, ਰੈਸਟੋਰੈਂਟ ਖੁੱਲ ਰਹੇ ਨੇ, ਪਰ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਹੈ ਕੂੜੇ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਵੀ ਕਾਰਜ ਕੀਤੇ ਜਾ ਰਹੇ ਨੇ, ਪਰ ਫਿਰ ਵੀ ਸ਼ਹਿਰ ਦੇ ਵਿੱਚੋਂ ਕੂੜਾ ਘੱਟ ਨਹੀਂ ਹੋ ਰਿਹਾ। ਪਰ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਅਜਿਹੇ ਸ਼ਖਸ ਦੇ ਨਾਲ ਕਰਵਾਵਾਂਗੇ ਜੋ ਪੂਰੇ ਸ਼ਹਿਰ ਦਾ ਕੂੜਾ ਇਕੱਠਾ ਕਰਕੇ ਇੱਥੇ ਲੈ ਕੇ ਆਉਂਦੇ ਨੇ ਤੇ
ਕੂੜੇ ਦੇ ਕੋਲੋਂ ਜੋ ਕਿ ਖਾਦ ਤਿਆਰ ਕਰਦੇ ਨੇ। ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਗਿੱਲਾ ਕੂੜਾ ਰੱਖਿਆ ਗਿਆ ਹੈ ਤੇ ਇਹਨਾਂ ਵੱਲੋਂ ਇਸ ਕੂੜੇ ਦੇ ਨਾਲ ਖਾਦ ਤਿਆਰ ਕੀਤੀ ਜਾਣੀ ਹੈ। ਸੋ ਗੱਲਬਾਤ ਕਰਦੇ ਹਾਂ ਉਸ ਸ਼ਖਸ ਦੇ ਨਾਲ ਵੀ ਜਿਨ੍ਹਾਂ ਦੇ ਵੱਲੋਂ ਇਹ ਪੂਰਾ ਪ੍ਰੋਜੈਕਟ ਤਿਆਰ ਕੀਤਾ ਜਾਂਦਾ ਹੈ, ਗਿੱਲੇ ਕੂੜੇ ਤੋਂ ਪੂਰਾ ਕੂੜਾ ਬਣਾਇਆ ਜਾਂਦਾ ਹੈ। ਸਾਡੇ ਨਾਲ ਵੀਰ ਜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਰ, ਕਿਵੇਂ ਮਾਈਂਡ ਦੇ ਵਿੱਚ ਆਇਆ ਇਹ ਪੂਰਾ ਪ੍ਰੋਜੈਕਟ ਕਿ ਗਿੱਲੇ ਕੂੜੇ ਦੇ ਨਾਲ ਖਾਦ ਤਿਆਰ ਕਰਨ ਦਾ? ਬੇਸਿਕਲੀ ਮੇਰਾ ਨਾਮ ਹਰਪ੍ਰੀਤ ਸਿੰਘ ਲਾਲੀ ਹੈ ਜੀ। ਮੈਂ ਜਲੰਧਰ ਦੇ ਵਿੱਚ ਇੱਕ ਇੰਡਸਟਰੀਸ ਸੀਗਾ। ਹੁਣ ਵੀ ਮੇਰੀ ਫੈਕਟਰੀ ਚੱਲਦੀ ਆ, ਪਰ ਜਦੋਂ ਅਸੀਂ ਮੁੱਦਾ ਚੱਕਿਆ ਵੀ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਕੂੜਾ ਹੈਗਾ ਆ ਉਹ ਬਹੁਤ ਡੇ ਬਾਈ ਡੇ ਇਕੱਠਾ ਹੋ ਰਿਹਾ ਸੀਗਾ, ਫਿਰ ਦੇਖਿਆ ਵੀ ਆਏ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਕੂੜਾ ਉਹ ਪ੍ਰੋਪਰਲੀ ਇਹਨੂੰ ਸੈਗਰੀਗੇਟ ਕਰਕੇ ਦੀ ਪ੍ਰੋਸੈਸਿੰਗ ਨਹੀਂ ਹੋ ਰਹੀ। ਫਿਰ ਮੈਂ ਆਪਣੇ ਕਾਰਪੋਰੇਸ਼ਨ ਦੇ ਕੁਝ ਸੂਝਵਾਨ ਅਫਸਰਾਂ ਨਾਲ ਸਲਾਹ ਮਸ਼ਵਰਾ ਕੀਤਾ, ਕੁਝ NGO ਨਾਲ ਮਸ਼ਵਰਾ ਕਰਨ ਤੋਂ ਬਾਅਦ ਇਹ ਬੀੜਾ ਚੁੱਕਿਆ ਵੀ ਆਪਣੇ ਸ਼ਹਿਰ ਲਈ ਕੁਝ ਕਰੀਏ। ਤੇ ਸਾਡੇ ਇੱਕ ਸੀਗੇ ਇੱਥੇ JC ਮੈਡਮ ਸੀਗੇ, ਅਸ਼ਿਕਾ ਜੈਨ, ਉਹਨਾਂ ਨੇ ਹੈਲਪ ਕਰਕੇ ਸਾਡਾ ਇਹ ਪਲਾਂਟ ਚਾਲੂ ਕਰਵਾਇਆ। ਅਸੀਂ ਸਟਾਰਟਿੰਗ ਤੋਂ 50 ਕਿਲੋ ਤੋਂ ਸ਼ੁਰੂ ਕੀਤਾ ਸੀ ਹੋਟਲਾਂ ਤੋਂ। ਅਸੀਂ ਕਲੋਨੀਆਂ ਵੀ ਕਰ ਰਹੇ ਹੈਗੇ ਆ, ਸੁਸਾਇਟੀਜ਼ ਦੇ ਵਿੱਚੋਂ ਵੀ ਉਹਨਾਂ ਨੂੰ ਅਵੇਅਰ ਕਰਕੇ ਸਾਡੇ ਮੋਟੀਵੇਟਰਸ ਜਿਹੜੇ ਹੈਗੇ ਆ ਉਹ ਕੂੜਾ ਇਕੱਠਾ ਕਰਵਾ ਰਹੇ ਹੈਗੇ ਅੰਦਰ ਜਾ ਕੇ। ਸਾਡਾ ਮੇਨ ਮੋਟਿਵ ਇਹ ਆ ਵੀ ਜਿਹੜੇ ਸਾਡੇ ਕੂੜੇ ਦੇ ਪਹਾੜ ਬਣ ਰਹੇ ਆ ਡੇ ਬਾਈ ਡੇ, ਅਸੀਂ ਉਹਨਾਂ ਦਾ ਵੋਲੀਅਮ ਰਿਡਿਊਸ ਕਰਨਾ ਹੈਗਾ। ਵੋਲੀਅਮ ਰਿਡਿਊਸ ਕਰਨ ਵਾਸਤੇ ਪਹਿਲਾਂ ਮੈਂ ਇਕੱਲਾ ਸੀਗਾ, ਫਿਰ ਮੈਂ ਦੇਖਿਆ ਵੀ ਇਹਦੇ ਨਾਲ ਸਾਨੂੰ ਇੱਕ ਟੀਮ ਬਣਾਉਣੀ ਪਏਗੀ। ਟੀਮ ਬਣਾਉਣ ਦੇ ਨਾਲ ਮੇਰੇ ਨਾਲ ਇਸ ਟਾਈਮ ਡਾਕਟਰ ਗਰੀਸ਼ ਸਪਰਾ ਜੀ ਹੈਗੇ ਆ, ਤੇ ਗਰੀਸ਼ ਸਪਰਾ ਜੀ ਇਹ PhD ਹੈ ਜੀ ਕਾਰਬਨ ਫੁੱਟਪ੍ਰਿੰਟ ਤੇ ਇਹਨਾਂ ਨੇ ਵੀ ਸਾਡੀ ਕੁਝ ਹੈਲਪ ਕੀਤੀ ਵੀ ਆਪਾਂ ਇਹਨੂੰ ਕਿਸ ਤਰ੍ਹਾਂ ਰਿਡਿਊਸ ਕੀਤਾ ਜਾਵੇ। ਇਹ NIT ਤੋਂ ਸੀਗੇ ਪ੍ਰੋਫੈਸਰ ਜੀ, ਇਹਨਾਂ ਨੇ ਆਪਣੀ ਜੌਬ ਰਿਜ਼ਾਈਨ ਦਿੱਤੀ ਹੈਗੀ ਆ, ਇਹ ਇਸ ਟਾਈਮ ਮੇਰੇ ਨਾਲ ਕੰਮ ਕਰ ਰਹੇ ਹੈਗੇ ਆ। ਅਸੀਂ ਸਾਡਾ ਮੇਨ ਮੋਟਿਵ ਇਹ ਵੀ ਸ਼ਹਿਰ ਦੇ ਵਿੱਚੋਂ ਜਿਹੜਾ ਵੀ ਸੈਗਰੀਗੇਟ ਕਰਕੇ ਕੂੜਾ ਆ ਰਿਹਾ ਹੈਗਾ ਉਹਦਾ ਵੋਲੀਅਮ ਰਿਡਿਊਸ ਕੀਤਾ ਜਾਵੇ ਤੇ ਆਪਣੇ ਸ਼ਹਿਰ ਵਾਸੀਆਂ ਨੂੰ ਇੱਕ ਸਾਫ਼ ਸਵੱਛ ਹਵਾ ਦਾ ਜਿਹੜਾ ਹੈਗਾ ਮਾਹੌਲ ਦਿੱਤਾ ਜਾਵੇ। ਪਾਰਕਾਂ ਦੇ ਵਿੱਚੋਂ ਜਿੰਨਾ ਹਾਰਟੀਕਲਚਰ ਵੇਸਟ ਹੈਗੀ ਆ ਸਾਡੇ ਮਹਿਕਮੇ ਦੇ ਬੰਦੇ ਇਕੱਠੇ ਕਰਦੇ ਆ, ਉਹਨਾਂ ਨੂੰ ਅੱਗ ਲਗਾਈ ਜਾ ਰਹੇ ਹੈਗੇ ਆ। ਹਾਰਟੀਕਲਚਰ ਵੇਸਟ ਤੋਂ ਜਿਹੜੀ ਖਾਦ ਬਣ ਰਹੀ ਹੈਗੀ ਆ ਉਹ ਵਰਲਡ ਦੀ ਨੰਬਰ 1 ਆਰਗੈਨਿਕ ਮਨਿਓਰ ਆ। ਅਸੀਂ ਆਪਣੇ ਜਿਹੜਾ ਕਾਰਪੋਰੇਸ਼ਨ ਦਾ ਅਦਾਰਾ ਆ 2-4 ਵਾਰੀ ਸਮਾਰਟ ਸਿਟੀ ਵੀ ਜਾ ਕੇ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਇੱਕ ਪਾਇਲਟ ਪ੍ਰੋਜੈਕਟ ਚਾਲੂ ਕਰੋ ਸਾਡੇ ਨਾਲ, ਕਿਉਂਕਿ ਸਾਡੇ ਨਾਲ ਡਾਕਟਰ ਸਪਰਾ ਜੀ ਹੈਗੇ ਆ, ਇਹਨਾਂ ਨੂੰ ਪੂਰੀ ਨੌਲੇਜ ਇਸ ਬਾਰੇ ਕਾਰਬਨ ਫੁੱਟਪ੍ਰਿੰਟ ਨੂੰ ਕਿੱਦਾਂ ਖਤਮ ਕਰਨਾ ਹੈਗਾ ਜਿਹੜਾ ਜਨਰੇਟ ਹੋ ਰਿਹਾ ਇੱਥੇ। ਤੇ ਅਸੀਂ ਬਹੁਤ ਵਾਰੀ ਰਿਕੁਐਸਟ ਵੀ ਕੀਤੀ ਪਰ ਨੋਬਡੀ, ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ। ਪਰ ਅਸੀਂ ਆਪਣੇ ਬਿਹਾਫ ਦੇ ਉੱਪਰ ਆਪਣੀ ਇਨਵੈਸਟਮੈਂਟ ਲਾ ਕੇ ਦੋਨੋਂ ਭਰਾ ਇਸ ਕੰਮ ਦਾ ਬੀੜਾ ਚੁੱਕਿਆ ਹੋਇਆ ਤਾਂ ਅਸੀਂ ਕੰਟੀਨਿਊਸ ਕੰਮ ਕਰ ਰਹੇ ਹੈਗੇ ਆ। ਔਰ ਜਿਹੜੇ ਅਸੀਂ ਬਲਕ ਗਾਰਬੇਜ ਜਨਰੇਟਰਸ ਦੇ ਕਾਰਪੋਰੇਸ਼ਨ ਚਲਾਨ ਕੱਟਦੀ ਹੈਗੀ ਆ ਵੀ ਤੁਸੀਂ ਆਪਣਾ ਕੋਈ ਨਾ ਕੋਈ ਜਾਂ ਆਊਟਸੋਰਸ ਕਰੋ ਜਾਂ ਤੁਸੀਂ ਇਹਦੀ ਖੁਦ ਦੀ ਪ੍ਰੋਸੈਸਿੰਗ ਕਰੋ, ਬਟ ਉਹਨਾਂ ਦੇ ਕੋਲ ਜਦੋਂ ਜਾਂਦੇ ਆ 2-4 ਦਿਨ ਸਾਡੇ ਨਾਲ ਗੱਲਬਾਤ ਕਰਕੇ ਕੂੜਾ ਦਿੰਦੇ ਆ, ਤੀਜੇ ਦਿਨ ਉੱਪਰੋਂ ਕਾਰਪੋਰੇਸ਼ਨ ਤੋਂ ਉਹਨਾਂ ਨੂੰ ਆਫਿਸਾਂ 'ਚੋਂ ਫੋਨ ਆ ਜਾਂਦਾ ਵੀ ਇਹ ਸਾਡੇ ਹੀ ਬੰਦੇ ਕੂੜਾ ਚੱਕਣਗੇ। ਪਰ ਸਾਨੂੰ ਇਹਦੇ ਪਿਛਲੀ ਜਿਹੜੀ ਕੀ ਫਿਲਮ ਕੀ ਚੱਲ ਰਹੀ ਆ ਨਾ ਡਾਕਟਰ ਸਾਹਿਬ ਨੂੰ ਸਮਝ ਆ ਰਹੀ ਆ ਨਾ ਸਾਨੂੰ ਸਮਝ ਆ ਰਹੀ ਆ, ਔਰ ਸਾਡੀ ਪਬਲਿਕ ਜਲੰਧਰ ਦੀ ਪਰੇਸ਼ਾਨ ਹੋ ਰਹੀ ਆ। ਸਿਆਸੀ ਧਿਰਾਂ ਦੇ ਵੱਲੋਂ ਵੀ ਇਸ ਬਾਬਤ ਕੁਝ ਇੰਟਰਫੇਅਰ ਕੀਤਾ ਜਾਂਦਾ? ਨਹੀਂ, ਸਿਆਸੀ ਧਿਰਾਂ ਵੱਲੋਂ ਤਾਂ ਕੋਈ ਬਾਬਤ ਨਹੀਂ ਕੀਤਾ ਜਾਂਦਾ, ਪਰ ਕੁਝ ਸਾਡੇ ਅੰਦਰ ਇਸ ਤਰ੍ਹਾਂ ਦੇ ਕਾਰਪੋਰੇਸ਼ਨ ਵਿੱਚ ਬੰਦੇ ਹੈਗੇ ਜੋ ਸਾਨੂੰ ਅੰਦਰਲੀ ਫੋਰਸਫੁਲੀ ਦਬਾਉਂਦੇ ਵੀ ਤੁਸੀਂ ਇਹ ਕੰਮ ਨਾ ਕਰੋ, ਇਹ ਸਾਡੇ ਬੰਦੇ ਕਰਨਗੇ, ਪਰ ਅਸੀਂ ਉਹਨਾਂ ਦੇ ਨਾਲ ਕੋਈ ਇੰਟਰਫੇਅਰ ਨਹੀਂ ਕਰ ਰਹੇ। ਹੁਣ ਤੁਸੀਂ ਮੇਰੇ ਨਾਲ ਇੱਧਰਲੇ ਪਾਸੇ ਆ ਮੇਰਾ ਇੱਕ MRF ਦੇਖ ਰਹੇ ਆ, ਮਟੀਰੀਅਲ ਰਿਕਵਰੀ ਫੈਸਿਲਿਟੀ। ਇਹ ਸਾਡੀ ਕੀ ਆ, ਇਹ ਸਾਡੀ ਆਪਣੀ ਲੇਬਰ ਦੇ ਜਿਹੜੇ ਲੜਕੇ ਉਹਨਾਂ ਦਾ ਇਨਸੈਂਟਿਵ ਹੈ ਇੱਕ ਸੈਲਰੀ ਤੋਂ ਇਲਾਵਾ, ਠੀਕ ਹੈ। ਅਸੀਂ ਉਹਨਾਂ ਨੂੰ ਇਹ ਵੀ ਦੇ ਰਹੇ ਹਾਂ। ਅੱਜ ਦੀ ਡੇਟ ਦੇ ਵਿੱਚ ਜਲੰਧਰ ਦੇ ਜਿਹੜਾ ਆਪਣਾ ਇੱਕ 66 ਫੁੱਟੀ ਰੋਡ ਦੇ ਉੱਪਰ ਜਿੰਨੇ ਵੀ ਰੈਕ ਪਿਕਰਸ ਹੈਗੇ ਆ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਸੀਗਾ। ਉਹ ਮੇਰੇ ਕੋਲ ਆਏ, ਸਰ ਅਸੀਂ ਕਿੱਦਾਂ ਕਰੀਏ? ਉਹ ਸਾਡੇ ਕੋਲ ਗਿੱਲਾ ਕੂੜਾ ਦਿਖਾਉਂਦੇ ਪਏ, ਸਰ ਅੱਜ ਅਸੀਂ ਇੰਨੇ ਕੁਆਂਟਲ ਗਿੱਲਾ ਕੂੜਾ ਲੈ ਕੇ ਆਏ ਪਰ ਉਹਦੀ ਪ੍ਰੋਸੈਸਿੰਗ ਨਹੀਂ ਹੋ ਰਹੀ। ਫੋਲੜੀਵਾਲ ਪਲਾਂਟ ਜਿਹੜਾ ਉਹ ਟੋਟਲੀ ਬੰਦ ਪਿਆ ਹੈਗਾ। ਅਸੀਂ 2-4 ਵਾਰੀ ਸਮਾਰਟ ਸਿਟੀ ਦੇ ਵਿੱਚ ਦੀਪਸ਼ਿਕਾ ਮੈਡਮ ਸੀਗੇ, ਅਸੀਂ ਉਹਨਾਂ ਨੂੰ ਵੀ ਇੱਕ ਪ੍ਰਪੋਜ਼ਲ ਦਿੱਤੀ ਵੀ ਤੁਸੀਂ ਇੱਕ ਪਾਇਲਟ ਪ੍ਰੋਜੈਕਟ ਲਗਾਓ, ਜੇ ਉਹ ਪ੍ਰੋਜੈਕਟ ਫੇਲ ਹੋ ਜਾਂਦਾ ਆ ਅਸੀਂ ਪ੍ਰੋਜੈਕਟ ਨੂੰ ਬਾਏ ਬੈਕ ਕਰ ਲੈਂਦੇ ਆ। ਅਸੀਂ ਜਿੰਨਾ ਹੀ ਤੁਹਾਡੇ ਖਰਚਾ ਆਊਗਾ 20 ਲੱਖ 25 ਲੱਖ ਰੁਪਈਆ ਅਸੀਂ ਤੁਹਾਨੂੰ ਇੱਕ ਚੈੱਕ ਦਿੰਦੇ ਆ, ਇੱਕ ਪਾਇਲਟ ਪ੍ਰੋਜੈਕਟ ਚਲਾਓ। ਜੇ ਸਾਡੇ ਕੋਲ ਪਾਇਲਟ ਪ੍ਰੋਜੈਕਟ ਫੇਲ ਹੁੰਦਾ ਆ ਸਾਡਾ 25 ਲੱਖ ਦਾ ਚੈੱਕ ਲਗਾ ਕੇ ਸਾਨੂੰ ਮਸ਼ੀਨਰੀ ਵਾਪਸ ਕਰ ਦਿਓ, ਕਿਉਂਕਿ ਡਾਕਟਰ ਸਾਹਿਬ ਤੇ ਮੈਂ ਇਸ ਚੀਜ਼ ਤੇ ਕੌਨਫੀਡੈਂਟ ਹੈਗੇ ਪੂਰੀ ਤਰ੍ਹਾਂ ਵੀ ਅਸੀਂ ਇਹਨੂੰ ਕਿੱਦਾਂ ਸ਼ਹਿਰ ਦੇ ਵਾਸੀਆਂ ਨੂੰ ਇਸ ਚੀਜ਼ ਤੋਂ ਕਿੱਦਾਂ ਨਿਆਦ ਦਿਵਾਉਣੀ ਹੈਗੀ ਆ, ਪਰ ਨੋਬਡੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਸਰ, ਕਿੰਨੇ ਜਣੇ ਕੰਮ ਕਰਦੇ ਨੇ ਕੂੜੇ ਨੂੰ ਲਿਆਉਣਾ, ਇਹਦੀ ਖਾਦ ਤਿਆਰ ਕਰਨੀ, ਕਿੰਨੀ ਤੁਹਾਡੀ ਪ੍ਰੋਪਰ ਟੀਮ ਹੈ? ਮੇਰੇ ਕੋਲ ਇਸ ਟਾਈਮ 8 ਲੜਕੇ ਕੰਮ ਕਰਦੇ ਆ ਜੀ। 3 ਲੜਕੇ ਜਿੱਥੇ ਅਸੀਂ ਵਿੰਡੋਜ਼ ਬਣਾਉਂਦੇ ਹੈਗੇ ਆ। ਦੇਖੋ ਇਹ ਪਬਲਿਕ ਪਲੇਸ ਹੈਗੀ ਜਲੰਧਰ ਦਾ ਬੱਸ ਸਟੈਂਡ, ਇਹ ਸਾਨੂੰ GM ਸਾਹਿਬ ਨੇ ਜਗ੍ਹਾ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਵਾਈ ਹੋਈ ਹੈ। ਅਸੀਂ ਨਹੀਂ ਚਾਹੁੰਦੇ ਵੀ ਕੱਲ ਨੂੰ ਕੋਈ ਇੱਥੇ ਪ੍ਰੋਬਲਮ ਕ੍ਰੀਏਟ ਹੋਵੇ। ਅਸੀਂ ਜਿੰਨਾ ਵੀ ਗਿੱਲਾ ਕੂੜਾ ਹੈਗਾ ਆ ਇੱਥੋਂ ਹਰ ਹਫਤੇ ਦੀ ਹਫਤੇ ਲਿਫਟ ਕਰ ਲੈਂਦੇ, 2-3 ਟਰਾਲੀਆਂ ਜਿੰਨੀਆਂ ਵੀ ਬਣਦੀਆਂ, ਫਿਰ ਅਸੀਂ ਉਹਦੀਆਂ ਵਿੰਡੋਜ਼ ਬਣਾਉਂਦੇ ਆ। ਵਿੰਡੋਜ਼ ਬਣਾਉਣ ਤੋਂ ਬਾਅਦ ਉਹਦੇ ਅੰਦਰ ਅਸੀਂ ਆਕਸੀਜਨ ਪਾਸ ਕਰਦੇ ਹੈਗੇ ਆ ਜੋ ਸਹੀ ਪ੍ਰੋਸੈਸ ਖਾਦ ਬਣਾਉਣ ਦਾ। ਪਰ ਕਾਰਪੋਰੇਸ਼ਨ ਦੇ ਕਿਸੇ ਵੀ ਡਿਪਾਰਟਮੈਂਟ ਜਿਹੜਾ ਇਸ ਆਪਣਾ ਹੈਲਥ ਡਿਪਾਰਟਮੈਂਟ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਵੀ ਇਹਦੀ ਪ੍ਰੋਸੈਸਿੰਗ ਕਿੱਦਾਂ ਹੋ ਰਹੀ ਆ। ਵਿਦਾਊਟ ਸ਼ਰੈਡਿੰਗ ਤੁਸੀਂ ਇਹਦੀ ਖਾਦ ਨਹੀਂ ਬਣਾ ਸਕਦੇ। ਪਿੱਟਾਂ ਭਰ ਲਓ, ਉਹ ਗਲਣੀਆਂ ਨਹੀਂ ਹੈਗੀਆਂ। ਕਰੋੜਾਂ ਰੁਪਏ ਦੀ ਇਨਵੈਸਟਮੈਂਟ ਕਾਰਪੋਰੇਸ਼ਨ ਦੀ ਉਹ ਖਤਮ ਹੋ ਰਹੀ ਹੈਗੀ ਆ। ਉਹਦੇ ਵਿੱਚ ਕੀ ਆ, 6 ਲੜਕੇ ਮੇਰੇ ਕੋਲ ਉੱਥੇ ਆ ਜੀ ਜਿੱਥੇ ਛਣਾਈ ਹੋ ਰਹੀ ਹੈ।
ਵਿੰਡੋਜ਼ ਦੇ ਉੱਪਰ ਟਰਨਿੰਗ ਹੋ ਰਹੀ ਆ ਤੇ ਓਡਰਲੈਸ ਕਲਚਰ ਪੈ ਰਿਹਾ ਤੇ 4 ਲੜਕੇ ਮੇਰੇ ਕੋਲ ਜਿਹੜੇ ਲਿਫਟਿੰਗ ਦੇ ਉੱਪਰ ਲੱਗੇ ਹੋਏ ਆ। ਇਹ 11 ਤੋਂ 12 ਵਜੇ ਤੱਕ ਸਾਰੇ ਜਲੰਧਰ ਸ਼ਹਿਰ ਦੇ ਜਿਹੜੇ ਸਾਡੇ ਕੋਲ 30-35 ਹੋਟਲਸ ਸੁਸਾਇਟੀਆਂ ਦੇ ਕਲੋਨੀਆਂ ਇਹਨਾਂ ਨੇ 12 ਵਜੇ ਤੱਕ ਲਿਫਟਿੰਗ ਕਰਕੇ ਇੱਥੇ ਲਿਆਣੀ ਆ। ਫਿਰ ਇਹਦੀ ਪ੍ਰੀ ਸੈਗਰੀਗੇਸ਼ਨ ਕਰਨੀ ਆ। ਹਲਕਾ ਫੁਲਕਾ ਲਿਫਾਫਾ, ਕੱਚ, ਪਲਾਸਟਿਕ, ਟਿਸ਼ੂ ਪੇਪਰ ਲੋਕ ਗਲਤੀ ਨਾਲ ਆ ਜਾਂਦੇ ਹੈਗੇ ਆ, ਉਹ ਇਹ ਸੈਗਰੀਗੇਟ ਕਰਕੇ ਫਿਰ ਇਹਨੂੰ ਪ੍ਰੋਸੈਸਿੰਗ ਮਸ਼ੀਨ ਦੇ ਵਿੱਚ ਪਾ ਕੇ ਤੇ ਉਹਨੂੰ ਪ੍ਰੋਸੈਸ ਕਰ ਲੈਂਦੇ ਹੈਗੇ ਆ। ਸਾਨੂੰ ਮੇਨ ਪ੍ਰੋਬਲਮ ਆ ਰਹੀ ਆ ਜਿੱਦਾਂ ਬੱਚਿਆਂ ਦੇ ਡਾਈਪਰਸ ਹੈਗੇ ਆ, ਸੈਨੀਟਰੀ ਪੈਡਸ ਹੈਗੇ ਆ, ਜਾਂ ਕੁਛ ਇੱਦਾਂ ਦੇ ਜਿਹੜੇ ਮਤਲਬ ਅਨਵਾਂਟਡ ਗਾਰਬੇਜ ਹੈਗਾ ਆ, ਉਹ ਸਾਡੇ ਕੋਲ ਪ੍ਰੋਸੈਸ ਨਹੀਂ ਹੋ ਰਿਹਾ। ਅਸੀਂ ਕਾਰਪੋਰੇਸ਼ਨ ਨੂੰ ਇੱਕ ਹਦਾਇਤ ਕਰ ਰਹੇ ਹਾਂ ਜਾਂ ਇੱਕ ਬੇਨਤੀ ਕਰ ਰਹੇ ਕਾਰਪੋਰੇਸ਼ਨ ਨੂੰ ਵੀ ਸਾਨੂੰ ਇੱਕ ਪਰਮਾਨੈਂਟ ਡੰਪ ਦਿੱਤਾ ਜਾਵੇ ਜਿਹੜਾ ਸਾਡਾ ਮਿਨੀਮਾਈਜ਼ ਕਚਰਾ ਹੈਗਾ ਆ ਉਹਨੂੰ ਕਾਰਪੋਰੇਸ਼ਨ ਲਿਫਟ ਕਰੇ। ਸਾਡੀ ਲੇਬਰ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ, ਹਰ ਡੰਪਾਂ ਦੇ ਉੱਪਰ ਜਿਹੜੀ ਹੈਗੀ ਫੀਸ ਵੱਜੀ ਹੋਈ ਹੈ ਜੀ। ਸਾਡੇ ਦਰਸ਼ਕਾਂ ਨੂੰ ਵੀ ਦੱਸੋ ਕਿ ਕਿਵੇਂ ਤੁਸੀਂ ਖਾਦ ਤਿਆਰ ਕਰਦੇ ਹੋ, ਇਸ ਪ੍ਰੋਸੈਸ ਬਾਰੇ। ਦੇਖੋ, ਜਿਸ ਤਰ੍ਹਾਂ ਸਭ ਤੋਂ ਪਹਿਲਾਂ ਸਾਡੇ ਕੋਲ ਗਿੱਲਾ ਕੂੜਾ ਹੋਟਲਾਂ 'ਚੋਂ, ਜੂਸ ਬਾਰ ਤੋਂ, ਬੇਕਰੀਜ਼ ਤੋਂ ਆਉਂਦਾ ਹੈਗਾ ਆ। ਸਾਡੇ ਲੜਕੇ ਦੀ ਪ੍ਰੀ ਸੈਗਰੀਗੇਸ਼ਨ ਕਰਦੇ ਆ। ਪ੍ਰੀ ਸੈਗਰੀਗੇਸ਼ਨ ਕਰਨ ਤੋਂ ਬਾਅਦ ਅਸੀਂ ਸਾਡੇ ਕੋਲ ਇੱਕ ਆਹ ਮਸ਼ੀਨ ਹੈਗੀ ਆ ਜਿਹਦੇ ਅੰਦਰ ਇੱਕ ਸ਼ਰੈਡਿੰਗ ਮਸ਼ੀਨ ਔਰ ਟੰਬਲਰ ਲੱਗਿਆ ਹੋਇਆ। ਅਸੀਂ ਇਹਦੇ ਅੰਦਰ ਇਹ ਕੂੜਾ ਜਿਸ ਤਰ੍ਹਾਂ ਦੇਖੋ ਖਾਦ ਪੈ ਰਹੀ ਹੈ, ਨਾਲ ਦੀ ਨਾਲ ਇਹਦੇ ਅੰਦਰ ਬਾਇਓ ਕਲਚਰ ਪੈ ਰਹੇ ਹੈਗੇ ਆ। ਬਾਇਓ ਕਲਚਰ ਪਾਉਣ ਤੋਂ ਬਾਅਦ ਇਹਦੇ ਅੰਦਰ ਇਹਦੀ ਓਵਰਲੈਪਿੰਗ ਹੁੰਦੀ ਬਾਇਓ ਕਲਚਰ ਦੀ ਔਰ ਕਾਰਬਨ ਦੀ। ਕਾਰਬਨ ਨੂੰ ਇਹ ਕਹਿੰਦੇ ਆ ਮੈਡਮ ਜਿਸ ਤਰ੍ਹਾਂ ਆਪਾਂ ਲੱਕੜ ਦਾ ਬੂਰਾ ਅਸੀਂ ਵਿੱਚ ਪਾ ਕੇ ਤੇ ਇਹਦੀ ਜਿਹੜੀ ਹੈਗੀ ਆ ਉਹ ਪ੍ਰੋਸੈਸਿੰਗ ਕਰ ਦਿੰਦੇ ਹੈਗੇ ਆ। ਇਸ ਤੋਂ ਬਾਅਦ ਇੱਕ ਪਲਪ ਬਣ ਜਾਂਦੀ ਇਹ ਪਲਪ ਦੀ ਸ਼ੇਪ ਦੇ ਵਿੱਚ ਇਹ ਬਾਹਰ ਨਿਕਲਦਾ ਮਟੀਰੀਅਲ। ਆਫਟਰ ਦੀ 30 ਡੇਜ਼ ਜਿਹੜਾ ਇੱਕ ਕਰੇਟ ਹੈਗਾ ਤੁਹਾਡਾ, ਤੇ ਬੇਟਾ ਕਰੇਟ ਲਾਓ ਥੱਲੇ, ਕੋਈ ਲਾਓ ਥੱਲੇ। ਆਹ ਦੇਖੋ ਜੀ, ਇਸ ਕਰੇਟ ਦੇ ਵਿੱਚ ਅਸੀਂ ਜਿਹੜਾ ਕੱਲ ਪਾਇਆ ਸੀ ਕੂੜਾ ਉਹ 30 ਕਿਲੋ ਪਾਇਆ ਸੀਗਾ। ਇਹ ਕੱਲ ਦੇ ਵਿੱਚ 5 ਕਿਲੋ ਕੂੜਾ ਰਿਡਿਊਸ ਹੋ ਚੁੱਕਾ। ਜੇ ਅਸੀਂ ਇਹਨੂੰ ਪਲਟੀ ਮਾਰ ਕੇ ਦਿਖਾਵਾਂਗੇ, ਜਿਹੜੇ ਸਾਡੇ ਬਾਇਓ ਕਲਚਰ ਦੇ ਐਂਜ਼ਾਈਮ ਹੈਗੇ ਆ ਉਹ ਸਾਰੇ ਇਹਦੇ ਥੱਲੇ ਪੈ ਚੁੱਕੇ ਹੈਗੇ ਆ। ਮੰਗੇ ਪੰਜਾ ਮਾਰਿਓ ਬੇਟਾ ਇਹਦੇ 'ਚ, ਜਾਂ ਪਲੇਟ ਨਾਲ ਪਲਟੀ ਕਰੋ ਇਹਨੂੰ। ਅਸੀਂ ਵੋਲੀਅਮ ਰਿਡਿਊਸ ਕਰਦੇ ਕੂੜੇ ਦਾ ਜਿੰਨਾ ਹੈਗਾ। ਆਹ ਦੇਖੋ, ਇਹ 30 ਦਿਨਾਂ ਦੇ ਬਾਅਦ ਮੈਡਮ ਸਿਰਫ 5 ਕਿਲੋ ਰਹਿ ਜਾਣਾ ਜੀ। ਇਹ ਆਰਗੈਨਿਕ ਖਾਦ ਇਹ ਆ ਰਹਿਣਾ ਜੀ 30 ਦਿਨਾਂ ਦੇ ਬਾਅਦ। ਆਫਟਰ 30 ਡੇਜ਼ ਆ ਰਹਿ ਜਾਂਦਾ ਜੀ। ਅਸੀਂ ਪਹਿਲੇ ਦਿਨ ਇੰਨਾ ਕੂੜਾ ਫਿਲ ਕਰਦੇ 30 ਕਿਲੋ ਦਾ ਕਰੇਟ, ਇਹ 30 ਦਿਨਾਂ ਦੇ ਬਾਅਦ ਇੰਨਾ ਮਟੀਰੀਅਲ ਰਹਿ ਜਾਂਦਾ ਵਿੱਚ। ਮੇਨ ਮੋਟਿਵ ਕੀ ਆ, ਅਸੀਂ ਰਿਡਿਊਸ ਦਾ ਵੋਲੀਅਮ ਆਫ ਦਾ ਗਾਰਬੇਜ, ਜਿਹੜੀ ਸਾਡੀ ਪਬਲਿਕ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੋ ਰਹੀ ਹੈਗੀ ਆ। ਉਹਦੇ ਵਿੱਚ ਡਾਕਟਰ ਸਾਹਿਬ ਨੇ ਆਪਣੀ R&D ਦੇ ਵਿੱਚ ਇੱਕ ਸਾਨੂੰ ਤੇ ਬਾਇਓ ਕਲਚਰ ਤਿਆਰ ਕਰਕੇ ਦਿੱਤਾ ਹੈਗਾ। ਬਾਇਓ ਕਲਚਰ ਦੇ ਨਾਲ ਸਾਡੇ ਕੋਲ ਇੱਕ ਓਡਰਲੈਸ ਕਲਚਰ ਹੈਗਾ, ਡਾਕਟਰ ਸਾਹਿਬ ਨੇ ਆਪਣੀ ਟੀਮ ਦੇ ਕੋਲੋਂ ਸਾਨੂੰ ਫੋਰਨ ਤੋਂ ਪਰਚੇਜ਼ ਕਰਕੇ ਦਿੱਤਾ ਹੈਗਾ। ਅਸੀਂ ਉਹਦੇ ਉੱਪਰ ਪਾ ਰਹੇ ਹੈਗੇ ਆ। ਉਹਦੇ ਨਾਲ ਕੀ ਆ, ਸਾਡਾ ਵੋਲੀਅਮ ਰਿਡਿਊਸ ਹੋ ਰਿਹਾ ਹੈਗਾ ਤੇ ਸ਼ਹਿਰ ਦੇ ਵਿੱਚੋਂ ਜਿਹੜੇ ਕੂੜੇ ਦੇ ਢੇਰ ਲੱਗ ਰਹੇ ਆ ਲਗਾਤਾਰ ਡੇ ਬਾਈ ਡੇ, ਅਸੀਂ ਉਹਨੂੰ ਖਤਮ ਕਰਨ ਦਾ ਬੀੜਾ ਚੁੱਕੇ ਆ ਜੀ। ਅਸੀਂ ਇੱਕ ਆਪਣੀ ਪ੍ਰਸ਼ਾਸਨ ਅੱਗੇ ਜਾਂ ਆਪਣੀ ਨਗਰ ਨਿਗਮ ਜਲੰਧਰ ਦੇ ਮੇਅਰ ਸਾਹਿਬ ਅੱਗੇ ਜਾਂ ਆਪਣੇ ਸੈਂਟਰੀ ਅਫਸਰ ਅੱਗੇ ਰਿਕੁਐਸਟ ਕਰਨਾ ਚਾਹੁੰਦੇ ਆ, ਦੋਨੋਂ ਬੰਦੇ, ਵੀ ਸਾਨੂੰ ਇੱਕ ਪਰਮਿਸ਼ਨ ਦਿੱਤੀ ਜਾਵੇ। ਬਲਕ ਗਾਰਬੇਜ ਜਨਰੇਟਰ ਜਿਹੜੇ ਕੂੜਾ ਸੜਕਾਂ ਦੇ ਉੱਪਰ ਸਿੱਟ ਰਹੇ ਹੈਗੇ ਆ, ਉਹ ਸਾਡੇ ਨਾਲ ਜੁੜਨਾ ਵੀ ਚਾਹੁੰਦੇ ਆ, ਪਰ ਕੁਛ ਨਾ ਕੁਛ ਅੰਦਰੋਂ ਵਿੱਤੀ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਉਹਨਾਂ ਕਰਕੇ ਉਹ ਡਰਦੇ ਮਾਰੇ ਸਾਡੇ ਕੋਲ ਕੂੜਾ ਨਹੀਂ ਦੇ ਰਹੇ। ਉਹ ਡੰਪਾਂ ਦੇ ਉੱਪਰ ਜਾ ਰਿਹਾ, ਜੋ ਸਾਡੀ ਜਲੰਧਰ ਦੀ ਕਾਰਪੋਰੇਸ਼ਨ ਇੱਕ ਬਹੁਤ ਵੱਡੀ ਸਮੱਸਿਆ ਪੈਦਾ ਕਰ ਰਿਹਾ ਜੀ। ਸਰ, ਜਿਹੜਾ ਤੁਸੀਂ ਫਿਰ ਕੂੜਾ ਦੇ ਨਾਲ ਖਾਦ ਤਿਆਰ ਕਰਦੇ ਹੋ, ਕਿਸਾਨੀ ਦੇ ਖੇਤੀ ਦੇ ਲਈ ਉਹ ਯੂਜ਼ ਹੁੰਦੀ ਆ, ਕਿੰਨੀ ਕੁ ਫਾਇਦੇਮੰਦ ਹੁੰਦੀ ਜਿਹੜੀ ਬਾਹਰੋਂ ਖਾਦ ਤਿਆਰ ਹੁੰਦੀ ਤੇ ਜਿਹੜੀ ਤੁਸੀਂ ਆਰਗੈਨਿਕ ਕਰਦੇ ਹੋ? ਦੇਖੋ ਮੈਡਮ, ਲੋਕਾਂ ਦੇ ਦਿਮਾਗ 'ਚ ਇੱਕ ਵਰਮੀ ਕੰਪੋਜ਼ ਬਣ ਚੁੱਕੀ ਹੈ ਜਿਹੜੀ ਗੰਡੋਇਆਂ ਤੋਂ ਖਾਦ ਤਿਆਰ ਕੀਤੀ ਜਾਂਦੀ ਹੈਗੀ ਆ। ਉਹ ਆਮ ਤੌਰ 'ਤੇ ਪਬਲਿਕ ਨੂੰ ਪਤਾ ਨਹੀਂ ਉਹਦੀਆਂ ਲਿਮਿਟੇਸ਼ਨਸ ਕੀ ਆ, ਉਹਦੀਆਂ ਤਰੁੱਟੀਆਂ ਕੀ ਹੈਗੀਆਂ। ਜਦੋਂ ਅਸੀਂ ਲੋਕਾਂ ਨੂੰ ਉਹਦੇ ਬਾਰੇ ਅਵੇਅਰ ਕਰਦੇ ਆ, ਜਿਹੜੀ ਇਹ ਸਾਡੀ ਖਾਦ ਹੈਗੀ ਆ, ਇਹ ਐਗਰੀਕਲਚਰ ਯੂਨੀਵਰਸਿਟੀ ਦੇ ਸੋਇਲ ਡਿਪਾਰਟਮੈਂਟ ਤੋਂ ਇਹ ਪਾਸ ਹੈਗੀ ਆ ਜੀ, ਔਰ ਸੈਂਟਰਲ ਆਰਗੈਨਿਕ ਇੰਸਟੀਚਿਊਟ ਗਾਜ਼ੀਆਬਾਦ ਤੋਂ ਸਾਡੀ ਜਿਹੜੀ ਹੈਗੀ ਆ ਨਾਈਟ੍ਰੋਜਨ ਤੇ ਕਾਰਬਨ ਦੀ ਰੇਸ਼ੋ ਬਿਲਕੁਲ ਬਰਾਬਰ ਆ ਰਹੀ ਹੈ ਜੀ। ਕੋਈ ਹੈਵੀ ਮੈਟਲਸ ਨਹੀਂ ਹੈਗੇ, ਕੋਈ ਇਸੇ ਤਰੀਕੇ ਦਾ ਅਸੀਂ ਇਹਦੇ ਅੰਦਰ ਕੋਈ ਪੈਸਟੀਸਾਈਡ ਨਹੀਂ ਪਾ ਰਹੇ, ਕੋਈ ਅਸੀਂ ਇਨਆਰਗੈਨਿਕ ਦਵਾਈ ਨਹੀਂ ਪਾ ਰਹੇ ਹੈਗੇ। ਜੋ ਵੀ ਕਰ ਰਹੇ ਹਾਂ ਬਿਲਕੁਲ ਆਰਗੈਨਿਕ ਤਰੀਕੇ ਨਾਲ ਪ੍ਰੋਸੈਸ ਕਰ ਰਹੇ ਹਾਂ। ਔਰ ਸ਼ਹਿਰ ਦੀਆਂ ਬਹੁਤ ਸਾਰੀਆਂ NGO ਜਿਹੜੀਆਂ ਹੈਗੀਆਂ ਸਾਡੇ ਨਾਲ ਜੁੜੀਆਂ ਹੋਈਆਂ, ਜਿਹੜੀ ਸਾਡੇ ਕੋਲ ਖਾਦ ਲੈ ਕੇ ਜਾ ਰਹੀਆਂ ਹੈਗੀਆਂ। ਹੁਣ ਸਾਡੀ ਕੁਛ ਚਿਰ ਤੋਂ ਬਾਅਦ ਡਾਕਟਰ ਸਾਹਿਬ ਨੇ, ਹਿਮਾਚਲ ਗੌਰਨਮੈਂਟ ਨੇ ਇੱਕ ਟਾਈ ਅਪ ਕੀਤਾ, ਉੱਥੇ ਐਪਲ ਦੀ ਸੀਡਲਿੰਗ ਡਾਇਰੈਕਟ ਸਾਡੀ ਖਾਦ ਵਿੱਚ ਹੋ ਰਹੀ ਹੈ ਔਰ ਬਹੁਤ ਅੱਛੇ ਰਿਜ਼ਲਟ ਆ ਰਹੇ ਹੈਗੇ ਆ। ਅਸੀਂ ਆਪਣਾ ਹੁਣ ਬ੍ਰਾਂਡ ਰਜਿਸਟਰਡ ਕਰਾਵਾਂਗੇ ਤੇ ਇਹ ਚਾਹੁੰਦੇ ਵੀ ਸਾਨੂੰ ਕਾਰਪੋਰੇਸ਼ਨ ਕੁਛ ਹੈਲਪ ਕਰੇ ਤਾਂ ਅਸੀਂ ਕਾਰਪੋਰੇਸ਼ਨ ਦਾ ਮਿਨੀਮਮ ਤੋਂ ਮਿਨੀਮਮ ਜਿਹੜਾ ਗਿੱਲਾ ਕੂੜਾ ਹੈਗਾ ਅਸੀਂ 100 ਟਨ ਪਰ ਡੇ ਪ੍ਰੋਸੈਸ ਕਰਕੇ ਕਾਰਪੋਰੇਸ਼ਨ ਨੂੰ ਦੇ ਸਕਦੇ ਹੈਗੇ। ਸਾਡੇ ਡਾਕਟਰ ਸਾਹਿਬ ਦੇ ਕੋਲ ਮਸ਼ੀਨਰੀ ਸੈਟਅਪ ਹੈਗਾ, ਇਹਨਾਂ ਕੋਲ ਲੇਆਊਟ ਪਲਾਨ ਤਿਆਰ ਹੈਗਾ, ਸਾਡੇ ਕੋਲ ਗਰਾਊਂਡ ਲੈਵਲ ਤੇ ਵਰਕਿੰਗ ਹੈਗੀ ਆ ਔਰ ਡਾਕਟਰ ਸਾਹਿਬ ਦੇ ਮਗਰ ਟੀਮ ਪੂਰੀ ਬੈਠੀ ਹੈਗੀ NIT ਦੀ, ਉਹ ਹੈਲਪ ਕਰਨ ਨੂੰ ਤਿਆਰ ਆ। ਬਟ ਦੇ ਨੀਡ ਵੀ ਸਾਨੂੰ ਕਾਰਪੋਰੇਸ਼ਨ ਤੋਂ ਕੁਛ ਫੈਸਿਲਿਟੀ ਮਿਲੇ। ਦੇਖੋ, ਹਰ ਇੱਕ ਬੰਦਾ ਡਾਕਟਰ ਸਾਹਿਬ ਜੌਬ ਛੱਡ ਕੇ ਆ ਗਏ, ਮੈਂ ਆਪਣੀ ਫੈਕਟਰੀ ਛੱਡ ਕੇ ਬੈਠਾ, ਮੇਰੇ ਫਾਦਰ ਸਾਹਿਬ ਫੈਕਟਰੀ ਬੈਠੇ। ਸ਼ਹਿਰ ਲਈ ਕੁਛ ਕਰੀਏ, ਵੀ ਜੇ ਸ਼ਹਿਰ ਲਈ ਕਰਕੇ ਵੀ ਸਾਨੂੰ ਉਸ ਚੀਜ਼ ਦੇ ਰਿਕੋਗਨਾਈਜ਼ ਹੀ ਨਹੀਂ ਕਰਦੇ ਪਏ ਤੇ ਫਿਰ ਸਾਡੇ ਵਰਗੇ ਜਿਹੜੇ ਉਦਮੀ ਹੈਗੇ ਆ, ਅੱਗੇ ਆਉਣ ਵਾਲੇ ਭਵਿੱਖ ਵਿੱਚ ਕੋਈ ਇੱਦਾਂ ਦਾ ਉਦਮੀ ਉੱਭਰ ਕੇ ਜਲੰਧਰ ਸ਼ਹਿਰ 'ਚ ਨਹੀਂ ਆਏਗਾ। ਡਾਕਟਰ ਸਾਹਿਬ, ਕਿਵੇਂ ਇਸ ਖਾਦ ਦੇ ਨਾਲ ਅਸੀਂ ਵੱਖਰੇ ਢੰਗ ਦੇ ਨਾਲ ਜੋ ਖਾਦ ਤਿਆਰ ਕੀਤੀ, ਕਿੰਨੀ ਕੁ ਲਾਹੇਵੰਦ ਹੋ ਸਕਦੀ? ਲਾਹੇਵੰਦ ਇਸ ਤਰ੍ਹਾਂ ਹੈ ਕਿ ਜਿਹੜੀ ਨਾਰਮਲ ਖਾਦ ਚੱਲ ਰਹੀ ਹੈ ਪਹਿਲੇ, ਉਹ ਯੂਰੀਆ ਆਪਾਂ ਦੇਖਦੇ ਹਾਂ ਵੀ ਅੱਜ ਕੱਲ੍ਹ ਸਾਨੂੰ ਕਣਕ ਤੋਂ ਅਲਰਜੀ ਆ ਰਹੀ ਹੈ, ਮਿਲਕ ਤੋਂ ਅਲਰਜੀ ਆ ਰਹੀ ਹੈ। ਆਪਾਂ ਜਦੋਂ ਧਿਆਨ ਦਈਏ ਵੀ ਇਹ ਕਿਉਂ ਆ ਰਹੀ ਹੈ, ਜਿਹੜਾ ਪਸ਼ੂ ਹੈ, ਗਾਂ ਹੈ,
ਜਾਂ ਮੱਝਾਂ ਹੈ ਉਹ ਜਿਹੜਾ ਪੱਠੇ ਖਾ ਰਹੀਆਂ ਹਨ ਉਹ ਕਿਹੜੀ ਜ਼ਮੀਨ 'ਚ ਹੋ ਰਹੇ ਨੇ, ਉਹ ਜ਼ਮੀਨ 'ਚ ਆਪਾਂ ਯੂਰੀਆ ਪਾ ਰਹੇ ਹਾਂ ਦੱਬ ਕੇ ਤਾਂ ਕਿ ਸਾਡੀ ਫਸਲ ਫਟਾਫਟ ਆ ਜਾਏ ਤੇ ਜਲਦੀ ਆ ਜਾਏ। ਤੇ ਉਹ ਯੂਰੀਆ ਜਦੋਂ ਗਾਂ ਦੇ ਵਿੱਚ ਜਾਣਾ ਵਾ ਉਹ ਅਲਟੀਮੇਟਲੀ ਦੁੱਧ 'ਚ ਜਾਣਾ ਵਾ ਜਾਂ ਆਪਣੇ ਭੋਜਨ 'ਚ ਜਾਣਾ ਵਾ। ਉਹ ਭੋਜਨ ਤੋਂ ਸਾਨੂੰ ਜਦੋਂ ਆਪਾਂ ਖਾਂਦੇ ਹਾਂ ਤੇ ਉਹ ਸਾਨੂੰ ਆ ਰਹੀ ਹੈ ਐਲਰਜੀ ਆ ਰਹੀਆਂ ਹਨ। ਅੱਜ ਕੱਲ੍ਹ ਤੁਸੀਂ ਨਿਊਜ਼ਪੇਪਰ 'ਚ ਵੀ ਐਡ ਵੇਖਦੇ ਹਾਂ ਅਸੀਂ ਵੀ, ਐਲਰਜੀ ਦਾ ਇਲਾਜ, ਇਹ ਐਲਰਜੀ ਉਹ ਕਿਉਂ ਆ ਰਹੀਆਂ? ਕਿਉਂਕਿ ਆਪਣੀ ਜਿਹੜੀ ਮਿੱਟੀ ਹੈ ਉਹੀ ਖਰਾਬ ਹੋ ਚੁੱਕੀ ਹੈ ਨਾ ਖਾਦਾਂ ਦੇ ਕਾਰਨ। ਤੇ ਇਸ ਕਾਰਨ ਜਿਹੜਾ ਆਪਾਂ ਇਹ ਬੀੜਾ ਚੁੱਕਿਆ ਹੈ ਉਹਦਾ ਪਰਪਸ ਹੀ ਇਹ ਹੈ ਵੀ ਆਪਾਂ ਆਰਗੈਨਿਕ ਖਾਦ ਲੋਕਾਂ ਨੂੰ ਪ੍ਰੋਵਾਈਡ ਕਰੀਏ। ਤੇ ਦੂਸਰਾ ਵੀ ਜਿਹੜੇ ਕੂੜੇ ਦੇ ਪਹਾੜ ਬਣ ਰਹੇ ਹਨ ਜਲੰਧਰ 'ਚ, ਇੱਕ ਵੀਡੀਓ ਵੀ ਮੈਂ YouTube 'ਤੇ ਦੇਖਦਾ ਰਹਿੰਦਾ, ਵੀ ਇੱਕ ਵੀਡੀਓ ਸੀ ਵੀ ਤੁਸੀਂ ਜਲੰਧਰ 'ਚ ਪਹਾੜ ਵੇਖਿਆ ਹੈ, ਉਹ ਕੂੜੇ ਦਾ ਪਹਾੜ ਤੁਹਾਨੂੰ ਪਤਾ ਕਿੱਥੇ ਆ, ਫਿਰ ਉਹ ਲੋਕਾਂ ਨੂੰ ਦੱਸਦੇ ਹਨ ਵੀ ਕੂੜੇ ਦਾ ਪਹਾੜ ਹਨ। ਤੇ ਹੁਣ ਇੰਨੇ ਕਿੰਨੇ ਹੀ ਕੂੜੇ ਦੇ ਪਹਾੜ ਇਕੱਠੇ ਹੋ ਰਹੇ ਹਨ। ਵਰਿਆਣਾ ਡੰਪ ਮੈਂ ਨਿਊਜ਼ਪੇਪਰ 'ਚ ਰੋਜ਼ ਹੀ ਵੇਖਦਾ ਹਾਂ ਵੀ ਉੱਥੇ ਉਸ ਦੇ ਰਿਗਾਰਡਿੰਗ ਕੁਛ ਨਾ ਕੁਛ ਆਇਆ ਹੁੰਦਾ ਵੀ ਇੱਥੇ ਇਹ ਹੋ ਗਿਆ। ਬਟ 2-3 ਸਾਲ ਤੋਂ ਮੈਂ ਜਦੋਂ PhD ਕਰ ਵੀ ਰਿਹਾ ਸੀ ਉਦੋਂ ਮੇਰੇ ਮਾਈਂਡ 'ਚ ਸੀ ਵੀ ਇਹਨੂੰ ਆਪਾਂ ਰਿਡਿਊਸ ਕਿੱਦਾਂ ਕਰੀਏ, ਪਰ ਸਟਿਲ 3-4 ਸਾਲ ਤੋਂ ਬਾਅਦ ਵੀ ਇਹ ਉੱਥੇ ਹੀ ਖੜੀ ਹੈ ਕਹਾਣੀ ਤੇ ਪਹਾੜ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਆਸ-ਪਾਸ ਦੇ ਜਿਹੜੇ ਲੋਕ ਹਨ ਵਰਿਆਣਾ ਡੰਪ ਦੇ ਕੋਲ, ਉਹ ਇਲਾਕਾ ਪੂਰਾ ਤੰਗ ਹੈ ਤੇ ਜਲੰਧਰ 'ਚ ਤੁਸੀਂ ਜਿੱਥੇ ਵੀ ਦੇਖ ਲਓ ਪੂਰਾ ਕੂੜਾ ਖਿਲ ਰਿਹਾ ਹੋਇਆ ਹੈ। ਤੇ ਮੈਡਮ ਇਹਦੀ ਜਿਹੜੀ ਸੋਲਿਊਸ਼ਨ ਦੀ ਗੱਲ ਕਰੀਏ ਆਪਾਂ, ਬੀਇੰਗ ਅ ਟੈਕਨੀਕਲ ਪਰਸਨ, ਸੋਲਿਊਸ਼ਨ ਇਹੀ ਹੈ ਵੀ ਜੋ ਬੰਦੇ ਅਪਾਇੰਟ ਕੀਤੇ ਜਾ ਰਹੇ ਹਨ, ਕੰਟਰੈਕਟਰ ਅਪਾਇੰਟ ਕੀਤੇ ਜਾ ਰਹੇ ਹਨ, ਉਹ ਬੰਦੇ ਹਨ ਜਿਨ੍ਹਾਂ ਨੂੰ ਇਸ ਕੰਮ ਦੀ ਬਿਲਕੁਲ ਨੌਲੇਜ ਨਹੀਂ ਹੈ। ਉਹਨਾਂ ਨੂੰ ਕੁਝ ਵੀ ਨਹੀਂ ਪਤਾ ਵੀ ਇਹਨਾਂ ਨੂੰ ਕਿੱਦਾਂ ਕਰਨਾ ਹੈ। ਦੇ ਆਰ ਸਿੰਪਲੀ ਟੇਕਿੰਗ ਜਿਹੜਾ ਗਾਰਬੇਜ ਹੈ ਉਹ ਲੈ ਕੇ ਇੱਕ ਡੰਪ ਤੇ ਸੁੱਟਦੇ ਹਨ, ਪਰ ਉਹ ਸਾਡਾ ਪਰਪਸ ਨਹੀਂ ਹੈ। ਸਾਡਾ ਪਰਪਸ ਹੋਣਾ ਚਾਹੀਦਾ ਵੀ ਜਿਹੜਾ ਕੂੜੇ ਦਾ ਪਹਾੜ ਹੈ ਉਹਨੂੰ ਆਪਾਂ ਘੱਟ ਕਿੱਦਾਂ ਕਰੀਏ। ਅਲਟੀਮੇਟ ਪਰਪਸ ਸਾਡਾ ਇਹ ਹੋਣਾ ਚਾਹੀਦਾ। ਇਸ ਤੋਂ ਇਲਾਵਾ ਅਸੀਂ ਸਰ ਵੇਖ ਰਹੇ ਹਾਂ ਕਿ ਕੂੜੇ ਦੇ ਵਿੱਚੋਂ ਸੁੰਡੀਆਂ ਨਿਕਲ ਰਹੀਆਂ ਵਾ, ਇਹਦੇ ਨਾਲ ਕੋਈ ਨੁਕਸਾਨ ਤਾਂ ਨਹੀਂ? ਮੈਡਮ ਇਹ ਜਿਹੜੇ ਇੱਕ ਦੋ ਤਰ੍ਹਾਂ ਦੇ ਆਪਣੇ ਜਿਹੜੇ ਜੀਵਾਣੂ ਹੁੰਦੇ ਹਨ, ਇੱਕ ਲਾਭਕਾਰੀ ਤੇ ਇੱਕ ਹਾਨੀਕਾਰਕ ਜਿਹਨੂੰ ਕਹਿੰਦੇ ਹਨ। ਹਾਨੀਕਾਰਕ ਮੈਂ ਤੁਹਾਨੂੰ ਦੱਸ ਹੀ ਦਿੱਤਾ, ਜਿਵੇਂ ਆਪਾਂ ਯੂਰੀਆ ਪਾ ਰਹੇ ਹਾਂ, ਆਰਟੀਫੀਸ਼ੀਅਲ ਫਰਟੀਲਾਈਜ਼ਰ ਪਾ ਰਹੇ ਹਾਂ, ਉਹ ਹਾਨੀਕਾਰਕ ਹਨ ਸਾਡੀ ਬੋਡੀ ਲਈ ਵੀ। ਤੇ ਜਿਹੜੇ ਇਹ ਹੋ ਗਏ ਕੈਂਚੂਆ ਹੋ ਗਿਆ, ਇਹ ਹੋ ਗਈਆਂ ਪ੍ਰਾਕਿਰਤਿਕ ਸੁੰਡੀਆਂ ਨੇ ਜਿਹੜੀਆਂ, ਇਹ ਇਹਨੂੰ ਡੀਕੰਪੋਜ਼ ਕਰਦੀਆਂ ਪਈਆਂ। ਜਦੋਂ ਮੈਂ R&D ਦੇ ਕਲਚਰ ਪਾਉਂਦਾ ਇਹਦੇ 'ਚ ਇੱਕ ਦੋ ਜਿਹੜੇ ਆਪਾਂ ਬਾਇਓ ਫਰਟੀਲਾਈਜ਼ਰਸ ਪਾਏ ਨੇ, ਤੇ ਉਹਦੇ ਨਾਲ ਇਹ ਜਿਹੜਾ ਵੋਲੀਅਮ ਆਫ ਗਾਰਬੇਜ ਹੈ ਉਹ 1/3 ਰਹਿ ਜਾਂਦਾ ਹੈ। ਕੂੜੇ ਦਾ ਪਹਾੜ ਵੀ ਹੈ, ਜੇਕਰ ਸਾਡੀ ਹੁਣ ਆਪਾਂ ਕੰਪਨੀ ਵੀ ਰਜਿਸਟਰਡ ਕਰਾਈ ਹੈ ਦੋਹਾਂ ਭਰਾਵਾਂ ਨੇ ਮਿਲ ਕੇ, ਗ੍ਰੀਨ ਬ੍ਰਿਗੇਡ ਪ੍ਰਾਈਵੇਟ ਲਿਮਟਿਡ, ਇਹ ਆਪਾਂ ਐਜ਼ ਅ ਸਟਾਰਟਅਪ ਰਜਿਸਟਰ ਕਰ ਰਹੇ ਹਾਂ। ਤੇ ਸਾਡਾ ਪਰਪਸ ਇਹੀ ਹੈ ਵੀ ਜਿਹੜਾ ਇਹਨੂੰ ਕੂੜੇ ਦੇ ਪਹਾੜ ਨੇ ਉਹਨਾਂ ਨੂੰ ਆਪਾਂ ਡੰਪ ਕਰ ਦਈਏ, ਪੂਰਾ 1/3 ਕਰ ਦਈਏ, ਜੋ ਕਿ ਕੋਈ ਵੀ ਨਹੀਂ ਕਰ ਪਾ ਰਿਹਾ। ਸਿੰਪਲੀ ਉਹ ਦਿਨ ਬ ਦਿਨ ਇੱਕ ਪਹਾੜ ਵੱਧਦਾ ਹੀ ਜਾ ਰਿਹਾ ਹੈ। ਹਾਂਜੀ ਸਰ, ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਆਲੇ ਦੁਆਲੇ ਫੂਡ ਦੀਆਂ ਦੁਕਾਨਾਂ ਨੇ, ਲੋਕ ਆਉਂਦੇ ਜਾਂਦੇ ਨੇ, ਬੱਸ ਸਟੈਂਡ ਦੀਆਂ ਆਪਾਂ ਕਹਿ ਸਕਦੇ ਕੋਲ ਉਹਦੀ ਦੁਕਾਨ ਆਪ ਤੁਹਾਡੀ ਪੂਰੀ ਬਣੀ ਹੋਈ ਹੈ, ਤੇ ਲੋਕਾਂ ਨੂੰ ਤਾਂ ਨਹੀਂ ਦਿੱਕਤ ਆਉਂਦੀ ਕਿ ਸਮੈਲ ਆਉਂਦੀ ਹੈ ਜਾਂ ਕਿੱਦਾਂ? ਮੈਡਮ ਇਹ ਜਿਹੜਾ ਮੇਰਾ ਯੂਨਿਟ ਹੈਗਾ ਹੈ ਇਹ ਨਵੰਬਰ 2019 ਤੋਂ ਚੱਲ ਰਿਹਾ ਹੈਗਾ। ਜਦੋਂ ਅਸੀਂ ਸਾਡੇ ਕੋਲ ਕੋਈ ਕਸਟਮਰ ਸਾਡੀ ਕੋਈ ਲੋਕੇਸ਼ਨ ਪੁੱਛਦਾ ਹੈਗਾ ਆ, ਲੋਕੇਸ਼ਨ ਪੁੱਛਦਾ ਤੇ ਅਸੀਂ ਉਹ ਕਸਟਮਰ ਨੂੰ ਲੋਕੇਸ਼ਨ ਦੱਸਦੇ ਜਲੰਧਰ ਬੱਸ ਸਟੈਂਡ ਦੇ ਅੰਦਰ, ਕਹਿੰਦਾ ਅਸੀਂ ਡੇਲੀ ਅਪ ਡਾਊਨ ਕਰਦੇ, ਸਾਨੂੰ ਕਦੀ ਪਤਾ ਨਹੀਂ ਜਲੰਧਰ ਬੱਸ ਸਟੈਂਡ 'ਚ ਕੂੜੇ ਤੋਂ ਖਾਦ ਬਣ ਰਹੀ ਹੈ। ਕਿਉਂਕਿ ਡਾਕਟਰ ਸਾਹਿਬ ਨੇ ਆਪਣੀ R&D ਦੇ ਵਿੱਚ ਜਿਹੜਾ ਆਪਣਾ ਓਡਰਲੈਸ ਕਲਚਰ ਤਿਆਰ ਕੀਤਾ ਹੈ ਮੈਡਮ, ਉਹ ਓਡਰਲੈਸ ਕਲਚਰ ਜਿੱਥੇ ਜਿੰਨੀ ਮਰਜ਼ੀ ਸਮੈਲ ਹੋਵੇ, ਉਹ 1 ਕਿਲੋ ਕਲਚਰ ਜਿਹੜਾ ਹੈਗਾ 20 ਟਨ ਕੂੜੇ ਦੀ ਸਮੈਲ ਖਤਮ ਕਰ ਦਿੰਦਾ। ਹੁਣ ਸਾਡੇ ਜਲੰਧਰ ਬੱਸ ਸਟੈਂਡ ਦੇ ਅੰਦਰ 1.25 ਲੱਖ ਲੋਕਾਂ ਦੀ ਡੇਲੀ ਅਪ ਡਾਊਨ ਹੈਗਾ, ਪਰ ਨੋ ਬੋਡੀ, ਕਿਸੇ ਨੂੰ ਪਤਾ ਨਹੀਂ ਵੀ ਇੱਥੇ ਕੂੜੇ ਤੋਂ ਖਾਦ ਬਣ ਰਹੀ ਹੈ। ਕੋਈ ਬਰਸਾਤੀ ਮੌਸਮ ਦੇ ਵਿੱਚ ਹਲਕੀ ਫੁਲਕੀ ਸਮੈਲ ਜਨਰੇਟ ਹੁੰਦੀ ਹੈ, ਇਹ ਹਰ ਇੱਕ ਨੂੰ ਪਤਾ ਹੈ, ਪਰ ਫਿਰ ਵੀ ਅਸੀਂ ਮੈਕਸੀਮਮ ਇਹਦੇ ਉੱਪਰ ਜਿਹੜਾ ਹੈਗਾ ਆਪਣਾ ਓਡਰਲੈਸ ਕਲਚਰ ਦਾ ਸਪਰੇਅ ਕਰਦੇ ਹਾਂ। ਜਿਹੜੀ ਰਹੀ ਸਾਡੀ ਕੀੜਿਆਂ ਦੀ ਸੁੰਡੀਆਂ ਦੀ ਗੱਲ, ਇਹ ਸੁੰਡੀਆਂ ਉਦੋਂ ਹੀ ਪੈਣੀਆਂ ਜਦੋਂ ਡਾਕਟਰ ਸਾਹਿਬ ਦਾ ਬਣਾਇਆ ਹੋਇਆ ਅਸੀਂ ਇਹਦੇ ਉੱਪਰ ਇੱਕ ਆਪਣਾ ਕਲਚਰ ਪਾਉਣਾ ਹੈਗਾ। ਕਲਚਰ ਨੇ ਹੀ 24 ਘੰਟਿਆਂ ਦੇ ਅੰਦਰ ਸਾਡੇ ਐਂਜ਼ਾਈਮ ਬਣਾਉਣੇ ਹੈਗੇ ਆ, ਉਹ ਐਂਜ਼ਾਈਮ ਨੂੰ ਅਸੀਂ ਇਹ ਸੁੰਡੀਆਂ ਕਹਿ ਦਿੰਦੇ ਹੈਗੇ ਆ। ਇਹ ਸਾਡੇ ਮਿੱਤਰ ਕੀੜੇ ਹਨ, ਇਹ ਸਾਡੀ ਕੂੜੇ ਨੂੰ ਜਿਹੜੀ ਅਨਵਾਂਟਡ ਗਾਰਬੇਜ ਆ ਸਾਡੇ ਕੋਲ ਨਹੀਂ ਹੈ, ਉਹਨੂੰ ਖਾ ਕੇ ਇੱਕ ਮਲ ਦੇ ਰੂਪ ਦੇ ਵਿੱਚ ਬਾਹਰ ਕੱਢਦੇ ਹਨ। ਉਹ ਜਿਹੜਾ ਮਲ ਨਿਕਲਦਾ ਹੈਗਾ, ਦਿਸ ਇਜ਼ ਦਾ ਆਰਗੈਨਿਕ ਮੈਨਿਓਰ। ਜੀ ਬਹੁਤ ਧੰਨਵਾਦ ਸਰ। ਸੋ ਤੁਹਾਡੀ ਮੁਲਾਕਾਤ ਅੱਜ ਇੱਕ ਅਜਿਹੇ ਸ਼ਖਸ ਦੇ ਨਾਲ ਮਿਲਵਾਈ ਜੋ ਪੂਰੇ ਸ਼ਹਿਰ ਦਾ ਕੂੜਾ ਇਕੱਠਾ ਕਰਕੇ ਉਸ ਦੀ ਖਾਦ ਤਿਆਰ ਕਰਦੇ ਨੇ। ਤੁਹਾਨੂੰ ਖਾਦ ਬਣਾਉਣ ਦਾ ਪ੍ਰੋਸੈਸ ਵੀ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਖਾਦ ਤਿਆਰ ਹੁੰਦੀ ਹੈ, ਪਰ ਦੂਜੇ ਪਾਸੇ ਜੋ ਕਿ ਕਾਰਪੋਰੇਸ਼ਨ ਦੇ ਵੱਲੋਂ ਇਸ ਬਾਬਤ ਅੜਿੱਕਾ ਪਾਇਆ ਜਾ ਰਿਹਾ ਹੈ, ਤਾਂ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਦੇ ਕੋਲੋਂ ਵਿਸ਼ੇਸ਼ ਅਪੀਲ ਵੀ ਕੀਤੀ ਗਈ ਹੈ ਕਿ ਉਹਨਾਂ ਦਾ ਸਹਿਯੋਗ ਕੀਤਾ ਜਾਵੇ। ਕੈਮਰਾ ਪਰਸਨ ਸੁਸ਼ੀਲ ਦੇ ਨਾਲ ਮੈਂ ਸਿਮਰਨ ਜਲੰਧਰ ਤੋਂ।